ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਨ ਹੋ ਕੇ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਨਕ ਰਾਜ ਬਰਤਾਇਆ, ਸਤਿਜੁਗ ਆਲੀਣਾ। ਭੱਟ ਕਲਸਹਾਰ ਜੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਵਡਿਆਈ ਦਰਸਾਉਂਦੇ ਹੋਏ ਅਕਾਲ ਪੁਰਖ ਦੇ ਪੰਜਵੇਂ ਸਰਗੁਣ ਸਰੂਪ ਅਜ਼ਮਤਾਂ ਨਾਲ ਸ਼ਰਸਾਰ ਨੇ ਭਾਵਨਾ ਸਹਿਤ ਪ੍ਰਗਟ ਕਰਦੇ ਹੋਏ ਇਹ ਫੁਰਮਾਨ ਕਰਦੇ ਨੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 1407 ਅੰਗ ਉੱਪਰ ਦਰਜ ਹੈ। ਜਨਕ ਲਫ਼ਜ਼ ਵਰਤਦੇ ਨੇ ਜਿਸ ਦੇ ਬੇਅੰਤ ਅਰਥ ਨੇ। ਜਨਕ ਦਾ ਭਾਵ ਹੈ ਜਾਣਨ ਵਾਲਾ, ਗਿਆਤਾ, ਗਿਆਨਵਾਨ, ਜਿਸ ਦੇ ਅੰਦਰ ਸੱਚ ਦੀ ਰੌਸ਼ਨੀ ਪ੍ਰਗਟ ਹੈ। ਜਨਕ ਦਾ ਮਤਲਬ ਪੈਦਾ ਕਰਨ ਵਾਲਾ ਪਿਤਾ ਵੀ ਹੈ, ਉਤਪਤੀ ਕਰਨ ਵਾਲਾ ਪਰਮਾਤਮਾ ਵੀ ਹੈ। ਸੋ ਮਹਾਰਾਜ ਪਾਤਸ਼ਾਹ ਬਾਬਤ ਇੱਥੇ ਭੱਟ ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਲਯੁਗ ਦੇ ਅੰਦਰ ਗਿਆਨ ਪ੍ਰਗਟ ਕਰਕੇ ਕਲਯੁਗ ਨੂੰ ਸਤਿਯੁਗ ਵਿੱਚ ਅਭੇਦ ਕਰ ਦਿੱਤਾ ਹੈ। ਭਾਵ ਕਲਯੁਗ ਦੇ ਅੰਦਰ ਸਤਿਯੁਗ ਵਾਲਾ ਸੱਚ ਵਰਤਾਇਆ ਹੋਇਆ ਹੈ, ਰਹਿਮਤਾਂ ਵਰਸਾਈਆਂ ਹੋਈਆਂ ਨੇ। ਪਹਿਲਾ ਭਾਵ ਸਮਝਿਓ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ। ਜਿਹਨੇ ਅਕਾਲ ਪੁਰਖ ਨੂੰ ਜਾਣ ਲਿਆ ਉਹ ਜਨਕ ਹੈ, ਉਹ ਗਿਆਨਵਾਨ ਹੈ, ਉਹ ਮਹਾਤਮਾ ਹੈ, ਉਹ ਮਹਾਪੁਰਸ਼ ਹੈ। ਦੂਸਰਾ ਜਨਕ ਹੈ, ਇੱਕ ਮਿਥਿਲਾਪੁਰੀ ਸੀ ਔਰ ਉੱਥੋਂ ਦੇ ਰਾਜਿਆਂ ਦਾ ਖਿਤਾਬ ਜਨਕ ਹੁੰਦਾ ਸੀ। ਇਸ ਵੰਸ਼ ਵਿੱਚ ਇੱਕ ਪ੍ਰਤਾਪੀ ਰਾਜਾ ਜਨਕ ਹੋਇਆ। ਉਹਦੇ ਨਾਮ ਤੇ ਉਸ ਵੰਸ਼ ਦੇ ਜਿੰਨੇ ਵੀ ਰਾਜੇ ਸਨ, ਉਸ ਡਾਇਨੈਸਟੀ ਦੇ ਜਿੰਨੇ ਵੀ ਮਾਲਕ ਸਨ, ਸਾਰਿਆਂ ਨੂੰ ਜਨਕ ਲਕਬ ਮਿਲਿਆ ਸੀ। ਵਾਲਮੀਕ ਕਾਂਡ ਦੇ ਵਿੱਚ ਵੀ ਇਹਦਾ ਜ਼ਿਕਰ ਹੈ, ਹੋਰ ਵੀ ਅਨੇਕਾਂ ਸਨਾਤਨ ਮਤ ਦੇ ਧਾਰਮਿਕ ਗ੍ਰੰਥਾਂ ਵਿੱਚ ਇਹਦਾ ਜ਼ਿਕਰ ਹੈ। ਹੁਣ ਇਹਨਾਂ ਰਾਜਿਆਂ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਜੋ ਰਾਮ ਚੰਦਰ ਜੀ ਦੇ ਸਹੁਰਾ ਸਨ, ਸੀਤਾ ਜੀ ਦੇ ਪਿਤਾ ਸਨ। ਸੀਰ ਧਵਜ ਉਹਨਾਂ ਦਾ ਨਾਮ ਸੀ, ਪ੍ਰਚਲਿਤ ਜਨਕ ਕਰਕੇ ਹੀ ਹੋਏ। ਔਰ ਗੁਰੂ ਗ੍ਰੰਥ ਸਾਹਿਬ ਨੇ ਇਸ ਮਹਾਂਪੁਰਸ਼ ਨੂੰ ਮੁਕਤ ਦੱਸਿਆ ਹੈ। ਜਪਿਓ ਨਾਮ ਸੁਖ ਜਨਕ ਗੁਰ ਬਚਨੀ, ਹਰ ਹਰ ਸਰਣ ਪਰੇ। ਭਗਤ ਵਸ਼ਲ ਹਰ ਨਾਮ ਕਿਰਤਾਰਥ, ਗੁਰਮੁਖ ਕਿਰਪਾ ਕਰੇ। ਕਹਿੰਦੇ
ਰਾਜਾ ਜਨਕ ਜੀ ਨੇ ਅਸ਼ਟਾਵਕਰ ਨੂੰ ਗੁਰੂ ਧਾਰਿਆ, ਉਪਦੇਸ਼ ਲੈ ਕੇ ਪਰਮਾਤਮਾ ਦੇ ਗੀਤ ਗਾਏ, ਪਰਮਾਤਮਾ ਦੀ ਸ਼ਰਨ ਆਏ। ਉਹ ਭਗਤ ਵਸ਼ਲ ਹੈ, ਭਗਤਾਂ ਨਾਲ ਪਿਆਰ ਕਰਨ ਵਾਲਾ ਹੈ। ਆਪਣੇ ਗੀਤ ਗਾਉਣ ਵਾਲੇ ਮਹਾਤਮਾ ਮਹਾਂਪੁਰਸ਼ਾਂ ਨੂੰ ਕਿਰਤਾਰਥ ਕਰ ਦਿੰਦਾ ਹੈ, ਕਾਮਯਾਬ ਕਰ ਦਿੰਦਾ ਹੈ, ਮੁਕਤੀ ਬਖਸ਼ ਦਿੰਦਾ ਹੈ। ਸੋ ਬਾਣੀ ਨੇ ਬੜਾ ਇਸ ਮਹਾਤਮਾ ਨੂੰ ਅਦਬ ਦਿੱਤਾ ਹੈ। ਮਿਥਿਲਾਪੁਰੀ ਦਾ ਇਹ ਬੜਾ ਧਰਮੀ ਰਾਜਾ ਸੀ। ਇੱਕ ਸ਼ਿਵ ਜੀ ਦਾ ਇਹਦੇ ਕੋਲ ਧਨੁਸ਼ ਸੀ, ਉਹਦੀ ਇਹ ਪੂਜਾ ਕਰਿਆ ਕਰਦਾ ਸੀ। ਕੁਝ ਮਹਾਂਪੁਰਸ਼ ਮਹਾਤਮਾ ਰਾਜਾ ਜਨਕ ਨੂੰ ਮਿਲੇ ਨੇ। ਬੜਾ ਗਿਆਨਵਾਨ ਜਾਣ ਕੇ ਸਹਿ ਸੁਭਾਅ ਪੁੱਛ ਲਿਆ, ਰਾਜਨ ਕੋ ਗੁਰੂ ਧਾਰਨ ਕੀਤਾ ਹੈ? ਰਾਜਾ ਨੇ ਜਵਾਬ ਦਿੱਤਾ, ਜੀ ਕੋਈ ਗੁਰੂ ਨਹੀਂ ਧਾਰਿਆ, ਮੈਂ ਤੇ ਸ਼ਿਵ ਦੇ ਧਨੁਸ਼ ਦੀ ਪੂਜਾ ਕਰਦਾ ਹਾਂ। ਮਹਾਂਪੁਰਸ਼ ਆਖਣ ਲੱਗੇ ਵੀ ਠੀਕ ਹੈ, ਤੂੰ ਪੂਜਾ ਕਰਦਾ ਹੈ, ਪਰ ਇਹ ਸਫਲੀ ਨਹੀਂ ਹੋਣੀ। ਤੈਨੂੰ ਗਿਆਨ ਵੀ ਹੈ, ਪਰ ਇਹ ਸਫਲਾ ਨਹੀਂ ਹੋਣਾ। ਹੁਣ ਘਰ ਬੈਠੇ ਬੱਚੇ ਕਿਤਾਬਾਂ ਪੜ੍ਹੀ ਵੀ ਜਾਣ, ਜੇ ਵਿਦਿਆਲੇ ਵਿੱਚ ਸਕੂਲ ਵਿੱਚ ਦਾਖਲਾ ਨਾ ਲੈਣ ਤੇ ਡਿਗਰੀ ਥੋੜ੍ਹਾ ਮਿਲ ਚੱਲੀ ਹੈ। ਗੁਰੂ ਧਾਰਨਾ ਪਵੇਗਾ, ਫਿਰ ਤੁਹਾਡੀ ਭਗਤੀ ਸਫਲ ਹੋ ਸਕਦੀ ਹੈ। ਆਪਣੇ ਵਜ਼ੀਰਾਂ ਨਾਲ ਮਸ਼ਵਰਾ ਕੀਤਾ, ਮਜਲਿਸ ਵਿੱਚ ਬੈਠੇ ਵੀ ਮੈਂ ਗੁਰੂ ਧਾਰਨਾ ਹੈ। ਮਹਾਤਮਾ ਇਹ ਉਪਦੇਸ਼ ਕਰਕੇ ਗਏ ਨੇ, ਔਰ ਮਹਾਨ ਰਾਜਾ ਜਨਕ ਹੈ, ਗੁਰੂ ਵੀ ਬੜਾ ਗਿਆਨਵਾਨ ਚਾਹੀਦਾ ਹੈ। ਮੁਨੀ ਜਨ, ਪੰਡਿਤ ਜਨ, ਵੇਦਾਚਾਰਿਆ, ਬੜੇ ਬੜੇ ਵਿਦਵਾਨ ਮੇਰੀ ਸਭਾ 'ਚ ਬੁਲਾਏ ਜਾਣ। ਇਸੇ ਤਰ੍ਹਾਂ ਹੀ ਵਜ਼ੀਰਾਂ ਨੇ ਭਾਰਤ ਵਰਸ਼ ਦੇ ਬੜੇ ਵੱਡੇ ਵੱਡੇ ਵਿਦਵਾਨ ਸੱਦੇ। ਮਿਥਿਲਾਪੁਰੀ ਦੇ ਵਿੱਚ ਵੱਡਾ ਇਕੱਠ ਹੋਇਆ ਤੇ ਰਾਜਾ ਜਨਕ ਐਲਾਨ ਕਰਦਾ ਹੈ ਵੀ ਦੇਖੋ ਮਹਾਂਪੁਰਸ਼ੋ, ਮੈਂ ਧਾਰਨਾ ਹੈ ਗੁਰੂ। ਜੋ ਬੜਾ ਗਿਆਨਵਾਨ ਹੋਵੇ, ਇਸ ਸਭਾ ਦੇ ਵਿੱਚ ਇਹ ਚੰਦਨ ਦੀ ਚੌਂਕੀ ਡੱਠੀ ਹੈ, ਉਹੀ ਆਣ ਕੇ ਬੈਠੇ ਜਿਹੜਾ ਮੈਨੂੰ ਗਿਆਨ ਕਰਵਾ ਸਕਦਾ ਹੈ। ਪਰ ਉਹਦੇ ਲਈ ਇੱਕ ਸਮਾਂ ਮੁਕਰਰ ਕੀਤਾ ਮੈਂ ਘੋੜਾ ਮੰਗਵਾਉਣਾ ਹੈ, ਕਿਸੇ ਕਾਰਜ ਨੂੰ ਜਾਣਾ ਹੈ, ਰਕਾਬ ਵਿੱਚ ਪੈਰ ਪਾਵਾਂ ਤੇ ਪੈਰ ਪਾ ਕੇ ਘੋੜੇ ਉੱਤੇ ਬੈਠਾਂ। ਰਕਾਬ ਵਿੱਚ ਪੈਰ ਪਾਉਣ ਅਤੇ ਘੋੜੇ 'ਤੇ ਬੈਠਣ ਦੇ ਦਰਮਿਆਨ ਜੋ ਰੰਚਕ ਮਾਤਰ ਸਮਾਂ ਹੈ, ਇੰਨੇ ਸਮੇਂ 'ਚ ਮੈਨੂੰ ਗਿਆਨ ਕਰਵਾਵੇ ਕੋਈ, ਉਹ ਸਭਾ ਵਿੱਚ ਅੱਗੇ ਵਧੇ। ਜੇ ਗਿਆਨ ਨਾ ਕਰਵਾ ਸਕਿਆ, ਸਭਾ ਉਹਦੇ 'ਤੇ ਹੱਸੇਗੀ ਤੇ ਮੇਰੀ ਸਭਾ ਵਿੱਚ ਹੱਸਣ ਦਾ ਮਤਲਬ ਹੈ ਮੇਰੀ ਸ਼ਾਨ ਦੇ ਖਿਲਾਫ ਹੱਸਣਾ। ਮੈਂ ਉਹਨੂੰ ਸਜ਼ਾ ਵੀ ਦੇਵਾਂਗਾ, ਦੰਡਿਤ ਕਰਾਂਗਾ। ਉਹ ਵੱਡੇ ਵੱਡੇ ਪੰਡਤਾਂ ਦੇ ਗਿਆਨ ਵਿੱਚ ਹੀ ਦੱਬੇ ਰਹਿ ਗਏ ਵੀ ਹੁਣ ਕਿਹੜਾ ਉੱਠੇ, ਇੰਨੇ ਥੋੜ੍ਹੇ ਸਮੇਂ 'ਚ ਕਿਹੜਾ ਗਿਆਨ ਕਰਵਾਵੇ। ਇੱਕ ਅਸ਼ਟਾਵਕਰ ਨਾਮ ਦਾ ਮਹਾਤਮਾ ਅੱਗੇ ਵਧਦਾ ਹੈ। ਅਸ਼ਟਾਵਕਰ ਤਾਂ ਕਹਿੰਦੇ ਨੇ ਉਹਦੇ ਸਰੀਰ ਵਿੱਚ 8 ਵਲ ਪੈਂਦੇ ਸਨ। ਉਹਦਾ ਚੰਮ ਵੇਖ ਕੇ ਸਾਰੇ ਹੱਸੇ। ਰਾਜਾ ਬੜਾ ਹੈਰਾਨ ਹੋਇਆ ਵੀ ਮੇਰੀ ਸਭਾ ਵਿੱਚ ਇਹ ਕੌਣ ਆ ਗਿਆ ਹੈ। ਹੱਸਦਿਆਂ ਵੇਖ ਕੇ ਅਸ਼ਟਾਵਕਰ ਨੇ ਜਵਾਬ ਦਿੱਤਾ ਸਭਾ ਵਿੱਚ ਵੀ ਦੇਖੋ, ਇੱਥੇ ਗਿਆਨੀ ਤੇ ਮੈਨੂੰ ਕੋਈ ਲੱਗਦਾ ਨਹੀਂ, ਸਾਰੇ ਚੰਮ ਵੇਚਣ ਵਾਲੇ ਚਮਿਆਰ ਹੀ ਲੱਗਦੇ ਨੇ। ਉਹਨਾਂ ਤੋਹੀਨ ਸਮਝੀ ਵਿਦਵਾਨਾਂ ਨੇ ਆਪਣੀ ਵੀ ਇਹ ਕੀ ਬੋਲੀ ਜਾਂਦਾ ਹੈ। ਰਾਜਾ ਜਨਕ ਨੇ ਪੁੱਛਿਆ ਵੀ ਮਹਾਂਪੁਰਸ਼ੋ ਇਹ ਕੀ ਕਹਿੰਦੇ ਹੋ। ਕਹਿੰਦੇ ਰਾਜਾ ਤੂੰ ਜਵਾਬ ਦੇ ਵੀ ਗਿਆਨ ਦਾ ਜਿਹੜਾ ਸੰਬੰਧ ਹੈ ਕੀ ਉਹ ਸਰੀਰ ਦੇ ਨਾਲ ਹੈ ਕਿ ਮਨ ਦੇ ਨਾਲ ਹੈ। ਕਹਿੰਦਾ ਜੀ ਮਨ ਦੇ ਨਾਲ ਹੈ। ਤੇ ਕਹਿੰਦੇ ਫਿਰ ਮੇਰੇ ਸਰੀਰ ਵਿੱਚ ਵਲ ਵੇਖ ਕੇ ਇਹਨਾਂ ਕਿਵੇਂ ਸਮਝ ਲਿਆ ਵੀ ਮੈਂ ਅਗਿਆਨੀ ਹੋਵਾਂਗਾ।
ਜਿਹੜੇ ਸਰੀਰ ਦੀ ਪਰਖ ਕਰਨ, ਚੰਮ ਦੀ ਪਰਖ ਕਰਨ, ਉਹ ਤੇ ਫਿਰ ਚਮਿਆਰ ਹੀ ਹੋ ਸਕਦੇ ਨੇ। ਜਿਹੜੇ ਗਿਆਨ ਦੀ ਪਰਖ ਕਰਨਾ ਚਾਹੁੰਦੇ ਨੇ, ਮਨ ਦੀ ਬਾਤ ਸਮਝਣ ਵਾਲੇ ਨੇ, ਉਹੀ ਤੇ ਗਿਆਨੀ ਹੋਣਗੇ। ਪਰ ਤੇਰੇ ਵਜ਼ੀਰ ਅਗਿਆਨੀ ਨੇ, ਇਹਨਾਂ ਸਭਾ ਵੀ ਅਗਿਆਨੀਆਂ ਦੀ ਸੱਦੀ ਹੈ। ਰਾਜਾ ਹੈਰਾਨ ਹੋਇਆ ਐਸੇ ਬਚਨ ਸੁਣ ਕੇ, ਕਹਿੰਦਾ ਜੀ ਗਿਆਨ ਕਰਵਾ ਸਕਦੇ ਹੋ? ਅਸ਼ਟਾਵਕਰ ਕਹਿੰਦਾ ਤਾਂ ਹੀ ਅੱਗੇ ਵਧਿਆ। ਚੰਦਨ ਦੀ ਚੌਂਕੀ ਤੇ ਬੈਠ ਗਿਆ, ਘੋੜਾ ਮੰਗਵਾ ਲਿਆ ਰਾਜੇ ਜਨਕ ਨੇ। ਅਸ਼ਟਾਵਕਰ ਕਹਿੰਦਾ ਰਾਜਨ, ਘੋੜੇ ਤੇ ਚੜ੍ਹਨ ਤੋਂ ਪਹਿਲਾਂ ਮੇਰੀ ਗੱਲ ਸੁਣ। ਰਾਜਾ ਰੁਕ ਗਿਆ, ਕਹਿੰਦਾ ਜੀ ਦੱਸੋ। ਕਹਿੰਦੇ ਰਾਜਨ ਦੇਖ, ਮੈਂ ਤੈਨੂੰ ਦੇਣਾ ਉਪਦੇਸ਼ ਤੇ ਤੂੰ ਮੇਰਾ ਵਿਦਿਆਰਥੀ ਬਣ ਜਾਣਾ, ਸ਼ਿਸ਼ਯ ਬਣ ਜਾਣਾ ਹੈ। ਤੂੰ ਕਹਿੰਦਾ ਉਹ ਤੇ ਠੀਕ ਹੈ, ਬਣਾਂਗਾ। ਕਹਿੰਦੇ ਫਿਰ ਦਰਅਸਲ ਗੱਲ ਇਹ ਹੈ ਵੀ ਜਦੋਂ ਕਿਸੇ ਨੂੰ ਆਪਾਂ ਗੁਰੂ ਧਾਰਦੇ ਹਾਂ ਨਾ, ਆਪਾਂ ਆਪਣੇ ਗੁਰੂ ਨੂੰ ਦਸ਼ਣਾ ਦਿੰਦੇ ਹਾਂ। ਤੇ ਉਪਦੇਸ਼ ਲੈ ਕੇ ਤੂੰ ਮੈਨੂੰ ਦਸ਼ਣਾ ਦੇਵੇਂਗਾ, ਦਾਨ ਦੇਵੇਂਗਾ। ਜੇ ਮੈਨੂੰ ਉਪਦੇਸ਼ ਲੈਣ ਤੋਂ ਪਹਿਲਾਂ ਹੀ ਦਸ਼ਣਾ ਦੇ ਦਵੇਂ ਤੇ ਠੀਕ ਰਹੇਗਾ, ਕਿਉਂਕਿ ਤੂੰ ਰਕਾਬ ਵਿੱਚ ਪੈਰ ਰੱਖਣਾ, ਮੈਂ ਗਿਆਨ ਕਰਵਾ ਦੇਣਾ, ਤੂੰ ਘੋੜੇ ਤੇ ਚੜ੍ਹ ਕੇ ਆਪਣੇ ਕਾਰਜ ਨੂੰ ਨਿਕਲ ਜਾਣਾ, ਕੀ ਪਤਾ ਕਦੋਂ ਮੁੜੇ। ਤੇ ਰਾਜਾ ਕਹਿੰਦਾ ਇਹ ਵੀ ਠੀਕ ਹੈ, ਕਾਰਜ ਵੀ ਮੈਨੂੰ ਬੜਾ ਜ਼ਰੂਰੀ ਹੈ, ਮੈਂ ਰੁਕ ਨਹੀਂ ਸਕਦਾ। ਠੀਕ ਹੈ, ਤੁਸੀਂ ਦੱਸੋ ਦਸ਼ਣਾ ਕੀ ਚਾਹੀਦੀ ਹੈ, ਪਹਿਲਾਂ ਦੇ ਦਿੰਦਾ। ਵਾਕ ਛਲ ਹੁੰਦਾ ਵਿਦਵਾਨਾਂ ਕੋਲੋਂ, ਬਸ ਛਲਿਆ ਗਿਆ ਰਾਜਾ ਜਨਕ। ਕਹਿੰਦੇ ਦਸ਼ਣਾ ਜਾਂ ਤਨ ਦੀ ਦੇ, ਜਾਂ ਮਨ ਦੀ ਦੇ, ਜਾਂ ਧਨ ਦੀ ਦੇ। ਸੋਚੀ ਪੈ ਗਿਆ ਰਾਜਾ ਵੀ ਹੁਣ ਮੈਂ ਇਹਨੂੰ ਦਸ਼ਣਾ ਕਿਹੜੀ ਦੇਵਾਂ। ਅਸਲ ਮੁਸ਼ਕਿਲ ਇਹ ਹੈ, ਜੇ ਤਨ ਇਹਦੇ ਹਵਾਲੇ ਕਰ ਦਿੱਤਾ ਤੇ ਫਿਰ ਵੀ ਬੜੀ ਮੁਸ਼ਕਿਲ ਹੈ, ਇਹਦੇ ਕਈ ਵਿੱਚ ਚੱਲਣਾ ਪੈਣਾ ਹੈ। ਪਰ ਫਕੀਰਾਂ ਦਾ ਕਰਮ ਸਾਦਗੀ ਵਿੱਚ ਰਹਿਣਾ ਹੈ। ਰਾਜੇ ਆਨੰਦ ਲੈਂਦੇ ਨੇ ਤੇ ਮੇਰੇ ਲਈ ਜੀਵਨ ਬੜਾ ਕਠਿਨ ਹੋ ਜਾਵੇਗਾ। ਜੇ ਇਹਦੇ ਹਵਾਲੇ ਧਨ ਕਰ ਦਿੱਤਾ ਤੇ ਫਿਰ ਵੀ ਮੁਸ਼ਕਿਲ ਹੈ, ਸੁੱਖ ਸਹੂਲਤਾਂ ਜਾਂਦੀਆਂ ਰਹਿਣੀਆਂ। ਮਨ ਇਹਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਉਹਦੇ ਵਿੱਚ ਕੋਈ ਦੁੱਖ ਨਹੀਂ। ਪਰ ਇਹ ਆਪ ਫੈਸਲਾ ਨਹੀਂ ਸੀ ਕਰਨਾ ਚਾਹੁੰਦਾ, ਆਪਣੀ ਪਟਰਾਣੀ ਕੋਲ ਗਿਆ। ਰਾਣੀਆਂ ਤੇ ਕਈ ਹੁੰਦੀਆਂ ਨੇ, ਜਿਹੜੀ ਗੁਣਵਾਨ ਹੋਵੇ ਉਹ ਵਿੱਚੋਂ ਮੁੱਖ ਰਾਣੀ ਪਟਰਾਣੀ। ਸਲਾਹ ਕੀਤੀ, ਉਹ ਕਹਿੰਦੀ ਰਾਜਾ ਦੇਖ, ਜੇ ਤਨ ਦਾਨ ਕਰ ਦਿੱਤਾ, ਇਹ ਫਕੀਰ ਹੈ, ਨਾਲ ਲੈ ਕੇ ਤੁਰ ਪਵੇਗਾ ਤੈਨੂੰ, ਰਾਜ ਭਾਗ ਜਾਂਦਾ ਰਹਿਣਾ ਹੀ, ਜੀਵਨ 'ਚੋਂ ਰੰਗੀਨੀ ਜਾਂਦੀ ਰਹਿਣੀ ਹੈ। ਧਨ ਦੇ ਦਿੱਤਾ, ਹਾਲਤ ਫਿਰ ਇਹੀ ਹੋਣੀ ਹੈ। ਮਨ ਦੇਣ ਵਿੱਚ ਕੋਈ ਬੁਰਾਈ ਨਹੀਂ, ਕੋਈ ਬੋਝ ਨਹੀਂ ਤੇਰੇ ਤੇ, ਜਾ ਦੇ ਦੇ। ਰਾਜਨ ਸਭਾ ਵਿੱਚ ਜਾ ਕੇ ਕਹਿੰਦਾ ਜੀ ਤੁਹਾਨੂੰ ਆਪਣਾ ਮਨ ਦਿੰਦਾ ਹਾਂ। ਅਸ਼ਟਾਵਕਰ ਕਹਿੰਦਾ ਫਿਰ ਰਾਜਾ ਮੇਰੇ ਸਾਹਮਣੇ ਬੈਠ ਜਾ, ਮਨ ਦੇ ਕਹੇ ਵਿੱਚ ਹੀ ਚੱਲਣਾ ਪੈਂਦਾ। ਨਾ ਤੂੰ ਹੁਣ ਰਕਾਬ ਵਿੱਚ ਪੈਰ ਪਾਵੇਂ, ਨਾ ਤੂੰ ਘੋੜੇ ਤੇ ਚੜ੍ਹੇ, ਇੱਥੇ ਬੈਠ ਮੇਰੇ ਸਨਮੁਖ, ਆ ਤੈਨੂੰ ਗਿਆਨ ਬਖਸ਼ਾਂ। ਹੁਣ ਜਿਹਦਾ ਮਨ ਹੋ ਜਾਵੇ ਉਹਦਾ ਫਿਰ ਕਿਹਾ ਮੰਨਣਾ ਪੈਂਦਾ ਹੈ। ਐਸੇ ਅਚੰਭੇ ਭਰੇ ਬਚਨ ਸੁਣ ਕੇ ਰਾਜਨ ਨੇ ਆਪਣਾ ਉਸਨੂੰ ਮੁਰਸ਼ਦ ਧਾਰਿਆ ਸੀ, ਗਿਆਨੀ ਜਾਣਿਆ ਸੀ, ਵਿਦਵਾਨ ਸਮਝਿਆ ਸੀ। ਔਰ ਜਦੋਂ ਅਸ਼ਟਾਵਕਰ ਕੋਲੋਂ ਉਪਦੇਸ਼ ਲੈ ਕੇ ਰਾਜੇ ਨੇ ਅਭਿਆਸ ਸ਼ੁਰੂ ਕੀਤਾ ਪਰਮਾਤਮਾ ਦੇ ਨਾਮ ਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਗੁਰਮੁਖ ਹੋ ਨਿਬੜਿਆ, ਪਰਮਾਤਮਾ ਦੇ ਨਾਮ ਵਿੱਚ ਲਿਵ ਲੱਗ ਗਈ। ਜਿਹੜਾ ਮਨ ਇੱਧਰ ਉੱਧਰ ਦੌੜਦਾ ਸੀ ਨਾ, ਉਹ ਅਸ਼ਟਾਵਕਰ ਦੇ ਕਹੇ ਵਿੱਚ ਚੱਲ ਕੇ ਪਰਮਾਤਮਾ ਦੇ ਗੀਤ ਗਾਉਂਦਾ, ਧਿਆਨ ਲਾਉਂਦਾ, ਗੁਰਮੁਖਾਂ ਵਾਲੀ ਮਹਾਨ ਪਦਵੀ ਨੂੰ ਪ੍ਰਾਪਤ ਹੋਇਆ। ਔਰ ਇਸ ਰਾਜੇ ਜਨਕ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਭਾਈ ਗੁਰਦਾਸ ਜੀ ਨੇ ਇਸ ਮਹਾਤਮਾ ਦੇ ਜੀਵਨ 'ਚੋਂ ਇੱਕ ਸਾਖੀ ਪ੍ਰਗਟ ਕੀਤੀ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ।
ਭਾਈ ਗੁਰਦਾਸ ਜੀ ਬਾਣੀ ਦੀ ਕੁੰਜੀ ਅਖਵਾਉਣ ਵਾਲੇ ਆਪਣੇ ਪੁਰਜ਼ੋਰ ਬੋਲਾਂ ਦੇ ਨਾਲ ਇਹ ਸਾਖੀ ਪ੍ਰਗਟ ਕਰਦੇ ਹੋਏ ਕਹਿੰਦੇ ਨੇ, ਵੱਡਾ ਭਗਤ ਸੀ ਰਾਜਾ ਜਨਕ, ਸ਼੍ਰੀ ਰਾਮ ਚੰਦਰ ਜੀ ਦਾ ਸਹੁਰਾ, ਸੀਤਾ ਦਾ ਪਿਤਾ। ਗੁਣ ਇਹਦੇ ਵਿੱਚ ਮਹਾਨ ਇਹ ਸੀ ਵੀ ਇਹ ਰਾਜ ਭਾਗ ਵਿੱਚ ਰਹਿੰਦਾ ਹੋਇਆ ਕਮਲ ਦੇ ਫੁੱਲ ਦੀ ਨਿਆਈ ਉਪਰਾਮ ਸੀ, ਜਿਵੇਂ ਉਹ ਛੱਪੜ ਵਿੱਚ ਰਹਿ ਕੇ ਵੀ ਉਪਰਾਮ ਹੁੰਦਾ ਹੈ। ਰਾਣੀਆਂ, ਮਾਇਆ, ਦੌਲਤਾਂ, ਸ਼ੋਹਰਤਾਂ, ਤਖਤੋ ਤਾਜ ਸਭ ਕੁਝ ਭੋਗਦਾ ਹੋਇਆ ਵੀ ਉਪਰਾਮ ਸੀ। ਸੰਸਾਰ 'ਚ ਰਹਿੰਦਿਆਂ ਵੀ ਸੰਸਾਰ ਨਾਲ ਮਨ ਨਹੀਂ ਲਾਇਆ, ਨਿਰੰਕਾਰ ਨਾਲ ਬਿਰਤੀ ਜੋੜ ਕੇ ਰੱਖੀ ਹੈ। ਜਦੋਂ ਅੰਤ ਸਮਾਂ ਆਇਆ, ਜਾਣਾ ਤੇ ਸਭ ਨੂੰ ਪੈਂਦਾ ਹੈ ਨਾ ਸੰਤ ਰਹਿੰਦਾ ਨਾ ਸਾਖਤ ਰਹਿੰਦਾ ਹੈ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ। ਧੀਰ ਨਾ ਰਾਜਾ ਰਵੇ ਨਾ ਰੰਕ ਰਵੇ, ਨਾ ਸੰਤ ਰਵੇ ਨਾ ਸਾਖਤ ਰਵੇ। ਸਰੀਰ ਮਿੱਟੀ ਦਾ ਬਣਿਆ ਹੈ, ਮਿੱਟੀ 'ਚ ਮਿਲੇਗਾ। ਗੁਰਮੁਖ ਉਹ ਹੈ ਜਿਹਨੇ ਸਰੀਰ ਮਿੱਟੀ ਵਿੱਚ ਮਿਲਣ ਤੋਂ ਪਹਿਲਾਂ ਆਪਣੀ ਜੋਤ ਨੂੰ ਪਰਮਾਤਮਾ ਵਿੱਚ ਮਿਲਾ ਲਿਆ। ਚੱਲਿਆ ਹੈ ਦੇਵ ਲੋਕ ਨੂੰ, ਪਰਮਾਤਮਾ ਦੇ ਗੀਤ ਗਾਉਂਦਾ ਸੀ। ਬੜੇ ਬੜੇ ਗਣ ਗੰਧਰਵ ਇਸ ਨੂੰ ਲੈਣ ਆਏ। ਜੰਪੁਰ ਗਿਆ ਪੁਕਾਰ ਸੁਣ, ਵਿਲ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਆਨ, ਸਭਨਾ ਕੀ ਕਰ ਬੰਦ ਖਲਾਸੀ। ਜਾਂਦਿਆਂ ਰਸਤੇ ਵਿੱਚ ਨਰਕ ਆਇਆ, ਉੱਥੋਂ ਲੰਘ ਰਿਹਾ ਸੀ। ਜੰਪੁਰ ਅੰਦਰ ਬੜੀ ਉੱਚੀ ਪੁਕਾਰ ਕਰ ਰਹੇ ਸਨ, ਕੁਰਲਾ ਰਹੇ ਸਨ ਪਾਪ ਕਰਮ ਕਰਨ ਵਾਲੇ ਲੋਕ, ਜਿਨ੍ਹਾਂ ਨੂੰ ਉੱਥੇ ਸੁੱਟਿਆ ਗਿਆ ਸੀ। ਇਹਨੂੰ ਦਇਆ ਆਈ ਤੇ ਧਰਮ ਰਾਜੇ ਨੂੰ ਕਹਿੰਦਾ ਵੀ ਇਹਨਾਂ ਨੂੰ ਛੱਡ ਦੇ, ਸਾਧੂ ਦਇਆਵਾਨ ਹੁੰਦੇ ਨੇ। ਮੈਂ ਇੱਕ ਬੇਨਤੀ ਕਰ ਦੇਵਾਂ, ਕਈ ਵਾਰ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਦੁਨੀਆ ਦੇ ਉੱਤੇ ਹੀ ਨਰਕ ਸਵਰਗ ਨੇ। ਜੋ ਨਜ਼ਰੀ ਨਹੀਂ ਆਉਂਦਾ ਉਹ ਕਿਵੇਂ ਹੋ ਸਕਦਾ ਹੈ? ਇਹ ਸਭ ਤੋਂ ਵੱਡਾ ਵਹਿਮ ਹੈ ਲੋਕਾਂ ਦਾ, ਇਹ ਭਰਮ ਹੈ। ਦੋ ਹਸਤੀਆਂ ਨੇ ਤੇਰੀਆਂ ਦੁਨੀਆ ਤੇ, ਇੱਕ ਸੂਖਸ਼ਮ ਸਰੀਰ ਹੈ, ਜੋਤ ਹੈ, ਦੂਜਾ ਇਹ ਸਥੂਲ ਸਰੀਰ ਅੱਖਾਂ ਦਾ ਵਿਸ਼ਾ। ਇੱਕ ਇਨਵਿਜ਼ੀਬਲ ਹੈ, ਅੱਖਾਂ ਦਾ ਵਿਸ਼ਾ ਨਹੀਂ ਹੈ। ਮਨ ਦੇ ਵਿੱਚ ਮੈਲਾ ਫੁਰਨਾ ਆ ਜਾਂਦਾ ਵੀ ਚੋਰੀ ਕਰਨੀ ਹੈ, ਇਹ ਪਾਪ ਹੈ। ਇਹਦੀ ਸਜ਼ਾ ਤੈਨੂੰ ਅਦਾਲਤ ਨਹੀਂ ਦੇ ਸਕਦੀ, ਕਿਉਂਕਿ ਫੁਰਨੇ ਅਦਾਲਤ ਫੜ ਨਹੀਂ ਸਕਦੀ। ਫੁਰਨਾ ਮੈਲਾ ਸੀ, ਸਰੀਰ ਨੇ ਹਿੰਮਤ ਕੀਤੀ, ਡਾਕਾ ਮਾਰਿਆ, ਬੈਂਕ ਲੁੱਟ ਲਈ। ਹੁਣ ਸਰੀਰ ਨਜ਼ਰੀ ਆਉਂਦਾ ਹੈ, ਅਪਰਾਧ ਤੇਰਾ ਦੁਨੀਆ ਨੂੰ ਨਜ਼ਰੀ ਆਇਆ, ਅਦਾਲਤ ਨੇ ਤੈਨੂੰ ਸਜ਼ਾ ਸੁਣਾ ਦਿੱਤੀ। ਸਰੀਰ ਨੇ ਨਰਕ ਭੋਗ ਲਿਆ ਇੱਥੇ। ਕਈ ਵਾਰ ਕੀ ਹੁੰਦਾ ਹੈ, ਫੁਰਨਾ ਮੈਲਾ ਹੁੰਦਾ ਵੀ ਕਿਸੇ ਦਾ ਕਤਲ ਕਰਨਾ ਹੈ, ਮੰਨ ਲਓ ਕਿਸੇ ਦੀ ਪੱਤ ਲੁੱਟਣੀ ਹੈ। ਉਹ ਸਰੀਰ ਵਿੱਚ ਹਿੰਮਤ ਨਹੀਂ, ਅਮਲੀ ਜਾਮਾ ਪਹਿਨਾ ਦਿੰਦਾ ਉਹਨਾਂ ਖਿਆਲਾਤਾਂ ਨੂੰ। ਉਹਨੂੰ ਪਾਪ ਕਿਹਾ ਬਾਣੀ ਨੇ, ਉਹਦੀ ਵੀ ਸਜ਼ਾ ਹੈ। ਔਰ ਉਸ ਸੂਖਸ਼ਮ ਪਾਪ ਦੀ ਸਜ਼ਾ ਸੂਖਸ਼ਮ ਦੁਨੀਆ ਤੇ ਮਿਲਦੀ ਹੈ। ਉਹ ਨਜ਼ਰ ਹੀ ਨਹੀਂ ਆਉਂਦਾ ਅਦਾਲਤ ਨੂੰ, ਉਹਦੀ ਤੁਹਾਨੂੰ ਕੀ ਸਜ਼ਾ ਦੇਣਗੇ। ਉਹਦੀ ਸਜ਼ਾ ਲਈ ਨਰਕ ਬਣੇ ਹੋਏ ਨੇ, ਜਿਵੇਂ ਇੱਥੇ ਸਥੂਲ ਸਰੀਰ ਦੀ ਸਜ਼ਾ ਲਈ ਜੇਲ੍ਹ ਬਣੀ ਹੋਈ ਹੈ। ਔਰ ਯਾਦ ਰੱਖਿਓ, ਜੋ ਅੱਖਾਂ ਦਾ ਵਿਸ਼ਾ ਹੈ ਕੇਵਲ ਉਹੀ ਸੱਚ ਨਹੀਂ। ਅੰਨਾ ਜੇ ਬਹਿਸ ਵਿੱਚ ਪੈ ਜਾਵੇ ਵੀ ਚੰਦ ਚੜ੍ਹਦਾ ਹੀ ਨਹੀਂ ਹੈ, ਤੇ ਇਹਦਾ ਮਤਲਬ ਇਹ ਨਹੀਂ ਵੀ ਚੰਦ ਚੜ੍ਹਨੋਂ ਹਟ ਗਿਆ। ਮਤਲਬ ਇਹ ਹੈ ਅੰਨੇ ਨੂੰ ਨਹੀਂ ਦਿਖਦਾ। ਜਿੰਨੇ ਖੰਡ ਨੇ, ਟੁਕੜੇ ਨੇ, ਅਗੋਚਰ ਜਾਂ ਨਜ਼ਰੀ ਆਉਂਦੇ ਨੇ। ਸੱਚਾ ਤੇਰਾ ਖੰਡ, ਸੱਚਾ ਬ੍ਰਹਿਮੰਡ ਹਰ ਜਗ੍ਹਾ ਮੌਜੂਦ ਹੈ। ਸੋ ਉਹ ਜਿੱਥੇ ਸੂਖਸ਼ਮ ਸਰੀਰਾਂ ਨੂੰ ਸਜ਼ਾ ਮਿਲਦੀ ਹੈ, ਜਨਕ ਉਧਰ ਦੀ ਲੰਘਿਆ। ਪੁਕਾਰ ਕਰ ਰਹੇ ਸਨ, ਕੁਰਲਾ ਰਹੇ ਸਨ ਲੋਕ। ਧਰਮ ਰਾਏ ਨੂੰ ਕਹਿੰਦਾ ਇਹਨਾਂ ਨੂੰ ਛੱਡ। ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਿਨਾਸੀ। ਜਨਕ ਜੀ, ਮੈਂ ਅਕਾਲ ਪੁਰਖ ਦੇ ਹੁਕਮ ਦਾ ਬੱਝਾ ਹਾਂ। ਤੁਸੀਂ ਠੀਕ ਹੈ ਮਹਾਤਮਾ ਹੋ, ਤੁਹਾਡੇ ਹੁਕਮ ਦਾ ਨਹੀਂ ਬੱਝਾ ਮੈਂ। ਇਹਨਾਂ ਪਾਪ ਕੀਤੇ ਨੇ, ਸਜ਼ਾ ਮਿਲ ਰਹੀ ਹੈ। ਤੁਸੀਂ ਪੁੰਨ ਕੀਤੇ ਨੇ, ਸਵਰਗਾਂ ਨੂੰ ਜਾ ਰਹੇ ਹੋ, ਆਪਣਾ ਕਰਮ ਕਰੋ ਜਾ ਕੇ। ਕਹਿੰਦੇ ਫਿਰ ਇੱਦਾਂ ਹੈ,
ਮੈਂ ਪਰਮਾਤਮਾ ਦਾ ਨਾਮ ਬੜਾ ਜਪਿਆ ਹੈ, ਮੈਂ ਤਕੜੀ ਵਿੱਚ ਨਾਮ ਰੱਖ ਦਿੰਨਾ ਹੈ, ਤੂੰ ਇਹਨਾਂ ਸਾਰੇ ਪਾਪੀਆਂ ਦੇ ਪਾਪ ਦੂਜੇ ਬੰਨੇ ਰੱਖ ਦੇ। ਜੇ ਪਲੜਾ ਮੇਰਾ ਭਾਰੀ ਰਿਹਾ ਤੇ ਇਹਨਾਂ ਨੂੰ ਨਿਜਾਤ ਮਿਲ ਗਈ, ਜੇ ਇਹਨਾਂ ਦਾ ਪਲੜਾ ਭਾਰੀ ਹੋਇਆ ਤੇ ਮੈਂ ਵੀ ਨਾਲ ਨਰਕਾਂ 'ਚ ਹੀ ਰਵਾਂਗਾ। ਗਹਿਣੇ ਧਰਿਅਨ ਏਕ ਨਾਓ, ਪਾਪਾ ਨਾਲ ਕਰੈ ਨਿਰਜਾਸੀ। ਜਦੋਂ ਕਰਮ ਗਿਣੇ ਗਏ ਸ਼ੁਭ ਤੇ ਅਸ਼ੁਭ, ਕਿਤਨੇ ਸਵਾਸਾਂ ਨਾਲ ਨਾਮ ਜਪਿਆ ਹੈ, ਨਿਰੰਕਾਰ ਨੂੰ ਉਪਾਸ਼ਕ ਹੋ ਕੇ ਯਾਦ ਕੀਤਾ ਹੈ, ਤੇ ਕਿਤਨੇ ਸਵਾਸਾਂ ਨਾਲ ਬੁਰੇ ਕਰਮ ਹੋਏ ਨੇ, ਸੰਸਾਰੀ ਕਰਮ ਹੋਏ ਨੇ, ਗਿਣਤੀ ਮਿਣਤੀ ਚੱਲ ਪਈ। ਭਾਈ ਗੁਰਦਾਸ ਕਹਿੰਦੇ ਨੇ, ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਨਾਮ ਉਸ ਮਹਾਂਪੁਰਸ਼ ਨੇ ਇੰਨਾ ਜਪਿਆ ਸੀ ਜਨਕ ਨੇ, ਕਹਿੰਦੇ ਸਾਰੇ ਨਰਕਾਂ ਦੇ ਪਾਪੀ ਜੀਵਾਂ ਦੇ ਪਾਪ ਚੌਥਾ ਹਿੱਸਾ ਵੀ ਅੱਗੇ ਨਹੀਂ ਟਿਕੇ। ਨਾਮ ਦਾ ਪਲੜਾ ਭਾਰੀ ਰਿਹਾ, ਨਰਕੋਂ ਛੁੱਟੇ ਜੀ ਜੰਤ, ਕੱਟੀ ਗਲਹੋਂ ਸਿਲਕ ਜਮ ਫਾਸੀ, ਮੁਕਤ ਜੁਗਤ ਨਾਵੈ ਦੀ ਦਾਸੀ। ਭਾਈ ਗੁਰਦਾਸ ਕਹਿੰਦੇ ਨੇ, ਨਰਕ ਖਾਲੀ ਕਰ ਦਿੱਤੇ ਉਸ ਦਿਨ ਰਾਜਾ ਜਨਕ ਨੇ। ਭਾਵ ਇਹ ਸਮਝਾਇਆ ਹੈ ਵੀ ਨਾਮ ਦੀ ਮਹਾਨਤਾ ਬੜੀ ਮਹਾਨ ਹੈ। ਇੱਕ ਨਾਮ ਦਾ ਕਿਣਕਾ ਲੱਖਾਂ ਪਾਪ ਸਾੜ ਕੇ ਸੁਆਹ ਕਰ ਦਿੰਦਾ। ਜਿਵੇਂ ਇੱਕ ਚੰਗਿਆੜੀ ਟੰਨਾ ਟੰਨ ਰੂਹ ਨੂੰ ਸਾੜ ਕੇ ਸੁਆਹ ਕਰਦੀ ਹੈ, ਜੰਗਲਾਂ ਦੇ ਜੰਗਲ ਉਜਾੜ ਦਿੰਦੀ ਹੈ, ਸਾੜ ਦਿੰਦੀ। ਇਹਨੂੰ ਬਾਣੀ ਕੀ ਕਹਿੰਦੀ ਹੈ? ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਨ ਫਾਰਸੀ ਦਾ ਲਫ਼ਜ਼ ਹੈ, ਸੁਹਾਗਣ ਨੂੰ ਤੀਵੀਂ ਨੂੰ ਕਹਿੰਦੇ ਨੇ। ਸਾਧੂ ਰੱਬ ਦੀਆਂ ਸੁਹਾਗਣਾਂ ਹੁੰਦੇ ਨੇ। ਸੰਸਕ੍ਰਿਤ ਵਿੱਚ ਜਨ ਮਹਾਤਮਾ ਮਹਾਂਪੁਰਸ਼ ਨੂੰ ਕਹਿੰਦੇ ਨੇ। ਸੋ ਉਹਨਾਂ ਮਹਾਂਪੁਰਸ਼ਾਂ ਨੂੰ ਸਦਾ ਹੀ ਨਮਸਕਾਰਾਂ ਨੇ, ਜਿਹੜੇ ਆਪ ਮੁਕਤ ਨੇ ਤੇ ਹੋਰਾਂ ਦੇ ਬੰਧਨ ਕੱਟ ਦਿੰਦੇ ਨੇ। The Gurmukh he himself is liberated and he liberates the universe। ਆਪ ਤੇ ਉਹ ਮੁਕਤ ਹੈ, ਉਹ ਲੱਖਾਂ ਜੀਵਾਂ ਨੂੰ ਤਾਰ ਦਿੰਦਾ ਹੈ। ਐਸੀ ਪਹੁੰਚ ਦਾ ਉਹ ਮਹਾਤਮਾ ਮਾਲਕ ਹੁੰਦਾ ਹੈ। ਖੈਰ, ਰਾਜਾ ਜਨਕ ਦਾ ਰਾਜ ਸੱਚ ਦਾ ਰਾਜ ਸੀ, ਗਿਆਨ ਦਾ ਰਾਜ ਸੀ। ਅਗਿਆਨ ਮਿਟਿਆ ਹੋਇਆ ਸੀ ਉਦੋਂ। ਐ ਗੁਰੂ ਅਰਜਨ ਦੇਵ ਮਹਾਰਾਜ, ਕੱਲ ਸੁਹਾਰ ਭੱਟ ਜੀ ਕਹਿੰਦੇ ਨੇ, ਤੁਹਾਡਾ ਰਾਜ ਗਿਆਨ ਦਾ ਰਾਜ ਹੈ। ਉਹ ਤ੍ਰੇਤੇ ਦਾ ਮਹਾਤਮਾ ਸੀ ਰਾਜਾ ਜਨਕ। ਤੁਸੀਂ ਕਲਯੁਗ ਵਿੱਚ ਸਤਯੁਗ ਵਰਤਾ ਦਿੱਤਾ ਹੈ। ਸੱਚ ਦੀ ਆਵਾਜ਼ ਤੁਸੀਂ ਬੁਲੰਦ ਕੀਤੀ ਹੈ। ਤੁਹਾਡੇ ਤੋਂ ਅਕਾਲ ਪੁਰਖ ਦਾ ਨਾਮ ਗਿਆਨ ਪ੍ਰਗਟ ਹੈ, ਜਿਹੜਾ ਲੋਕਾਈ ਨੂੰ ਤਾਰਨੇ ਵਾਲਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਵਿੱਚ ਹਮਾਇਤ ਕੀਤੀ ਹੈ ਇਸ ਗਿਆਨ ਨੂੰ ਪ੍ਰਗਟ ਕਰਨ ਦੀ, ਵੀ ਗੁਰੂ ਅਰਜਨ ਸਾਹਿਬ ਦੇ ਜ਼ਿਹਨ 'ਚੋਂ ਰੱਬੀ ਬਾਣੀ ਦਾ ਆਗਾਜ਼ ਹੋਇਆ। ਫਿਰ ਸਾਰੇ ਮਹਾਂਪੁਰਸ਼ਾਂ ਮਹਾਤਮਾ ਗੁਰੂ ਸਾਹਿਬਾਨਾਂ ਭਗਤਾਂ ਦੀ ਬਾਣੀ ਨੂੰ ਸਾਂਭ ਸੰਭਾਲਣ ਦਾ ਕਰਮ ਵੀ ਗੁਰੂ ਪਾਤਸ਼ਾਹ ਦੇ ਪੱਲੇ ਪਾਇਆ ਅਕਾਲ ਪੁਰਖ ਨੇ। ਉਹ ਭਾਈ ਨੰਦ ਲਾਲ ਕਹਿੰਦੇ, ਜਿਹੜੇ ਗੁਰੂ ਅਰਜਨ ਸਾਹਿਬ ਨੇ ਨਾ ਬਾਣੀ ਦਾ ਝਰਨਾ ਨੇ, ਅਜ਼ੋ ਨਜ਼ਮ ਕਾਲੇ ਹੱਕ ਅੰਦੇਸ਼ੇਰਾ, ਬਦੋ ਨਸਕ ਇਲਮੇ ਯਕੀਨ ਪੇਸ਼ੇਰਾ। ਇਹਦਾ ਮਤਲਬ ਸਮਝਿਓ। ਨਜ਼ਮ ਦਾ ਭਾਵ ਹੁੰਦਾ ਹੈ ਪ੍ਰਬੰਧ। ਇੱਥੇ ਗੱਲਾਂ ਲਫ਼ਜ਼ ਹੈ, ਭਾਵ ਬਾਣੀ। ਐ ਗੁਰੂ ਅਰਜਨ ਦੇਵ ਮਹਾਰਾਜ, ਰੱਬੀ ਵਿਚਾਰ ਵਾਲੀ ਬਾਣੀ ਦਾ ਪ੍ਰਬੰਧ ਤੁਹਾਡੇ ਤੋਂ ਪ੍ਰਗਟ ਹੈ। ਨਸਕ ਲਫ਼ਜ਼ ਹੁੰਦਾ ਹੈ ਸ਼ਾਂਤੀ ਵਿਵਸਥਾ, ਗਿਆਨ ਦੀ ਵਿਵਸਥਾ, ਸਹਿਜ ਦੀ ਵਿਵਸਥਾ। ਤੁਹਾਡੀ ਬਾਣੀ ਕਰਕੇ, ਤੁਹਾਡੇ ਗਿਆਨ ਕਰਕੇ ਦੁਨੀਆ ਦੇ ਉੱਤੇ ਸਿਦਕ ਤੇ ਭਰੋਸਾ ਬੱਝਾ ਪਰਮਾਤਮਾ ਦੇ ਪ੍ਰਤੀ। ਲੋਕਾਈ ਦੇ ਅੰਦਰ
ਸਹਿਜ ਪ੍ਰਗਟ ਹੋਇਆ, ਗਿਆਨ ਪ੍ਰਗਟ ਹੋਇਆ। ਗਿਆਨ ਪ੍ਰਗਟ ਹੁੰਦਿਆਂ ਹੀ ਸਹਿਜ ਸ਼ਾਂਤੀ ਆ ਗਈ, ਲੋਕਾਂ ਦੇ ਪਾਪ ਮਿਟਣ ਲੱਗੇ। ਜਦੋਂ ਪਾਪ ਮਿਟਣ ਲੱਗੇ, ਲੋਕਾਂ ਦਾ ਤਪਣਾ ਮੁੱਕ ਗਿਆ, ਆਨੰਦ ਵਿੱਚ ਲੋਕ ਰਹਿਣ ਲੱਗੇ। ਇਸ ਪ੍ਰਕਾਰ ਦੇ ਨਾਲ ਗੁਰੂ ਅਰਜਨ ਸਾਹਿਬ ਤੁਹਾਡੇ ਅੰਦਰੋਂ ਬਾਣੀ ਫੁੱਟੀ ਹੈ ਅਕਾਲ ਪੁਰਖ ਦੇ ਹੁਕਮ ਵਿੱਚ। ਮਹਾਂਪੁਰਸ਼ ਹੋਇਆ ਹੈ ਰੂਮੀ, ਬੜਾ ਵੱਡਾ ਵਿਦਵਾਨ ਸੂਫੀ ਫਕੀਰ ਸੀ। ਕਹਿੰਦਾ ਸੋਨੇ ਔਰ ਰੁਪਈਏ ਸੇ भर जाए जंगल अगर, बिना मर्जी खुदा की ले नहीं सकते कंकर। 100 किताबें तुम पढ़ो अगर कहीं रुके बिना, नुक्ता ना रहे याद खुदा की मर्जी के बिना। और गर खिदमत करी ना पढ़ी एक किताब, गिरे बांके अंदर से आ जाते इल्म नायाब। कहता ये सारी खेड परमात्मा दे हथ विच है, विद्या वाली। कर्मां विच होवे ना ते कुली नूं भी भाग लग जाते ने, दौलतां शोहरतां मिल जांदियां ने। कर्मां विच ना होवे ते चाहे सोने रुपये दे भरे जंगलां च तुरे फिरो, कौडी नहीं हथ पैंदी। कई बार दौलतां शोहरतां बड़ियां हुंदियां, बंदे नूं भोगण दा मौका ही नहीं दिंदा परमात्मा। समा ऐसा आ जाता है, तब्दीली ऐसी आ जाती है, मौत सिर ते खलोती हुंदी है। जदों मर जांदा लोग कहिंदे ने लै सारी उम्र कमाउंदा रहा, हुण भोगण दा टाइम सी ते जांदा रहा जे, सुख लैण दा समां सी ते तुर पिया। ते कईयां नूं बिना मशक्कत घालियां ही झोलियां भरियां मिल जांदियां ने। ये सारी मर्जी परमात्मा दी है। संपे दी प्राप्ति उन्हां नूं जिन्हां ते परमात्मा दी मिहर है। दूसरी उदाहरण दिंदे ने, कहंदे कई लोग बड़ी विद्या पढ़ते ने, पर उन्हां दे जहन विच एक नुकता भी याद नहीं रहिंदा। कई बच्चे हुंदे ने ना, कह दिंदे ने टीचर ते चंगी तरह समझाउंदा है, असीं समां भी दिंने हैं, पढ़दे भी हैं, पर पास फिर नहीं हुंदे, याद कुछ नहीं रहिंदा। कई इदां दे बच्चे हुंदे ने, एक बार अखां दे हेठों पुस्तक निगाह लैण सब याद हो जांदा। ये उच्ची सुरत अकाल पुरख बख्शदा है। जदों एग्जाम हुंदे ने ते बच्चे अपने मुरशद दे दर ते आउंदे ने ना, गुरुद्वारे भी मत्था टेकदे ने जी चंगे नंबर आउण, ते नास्तिक बिरती वाला कह दिंदा लै पढ़िया पढ़िया कुछ है नहीं, नंबर ये दे देण लगा तैनूं गुरु हरकृष्ण। उन्हां मूर्खां नूं इन्नी समझ ही नहीं है भी नंबर देण वाला ही गुरु हरकृष्ण है, अकाल पुरख है। उच्ची सुरत याददाश्त परमात्मा दी बख्शिश नाल मिलदी है, अपनी सियाणप नाल ये सुरती उच्ची नहीं हुंदी। तू रटे ला के भी कई बार वेख लेना, नहीं पल्ले पैंदा कुछ। कहंदे अकाल पुरख दी मिहर होवे ना, चाहे तुसीं विद्याले दा मूँह नहीं वेखिया, गिरे बाचों फुहारे प्रगट हो जांदे ने रब्बी कलाम दे। उदाहरण वजों भगतां दे जीवन पढ़ो। 15 भगत गुरु ग्रंथ साहिब दी बाणी च बैठे ने, और ब्राह्मण दी वर्ण वंड अनुसार बहुतात विच भगत शूद्र ने, ते विद्या दे केंद्र उदों विद्याले मंदिर ही हुंदे सन। मंदिर विच केवल ब्राह्मण ही विद्या ब्राह्मण नूं पढ़ाउंदा सी, शूद्र नूं नहीं, वैश्य नूं नहीं। हुण ये जिन्ने भी भगत ने, जदों इन्हां दी बाणी पढ़दे हो, परशियन विच भी शब्द ने, फारसी विच, संस्कृत विच भी अल्फाज ने, देव भाषा विच किड्डी महंगी भाषा है। हुण बाबे कबीर नूं ते किसी ने विद्याले दा मूँह नहीं वेखण दिता। बाबा धन्ना जट है, वैश्यां च आउंदा है, ते वैश्यां नूं ते ओह मंदिर च वड़न नहीं सी दिंदे। 12वें एक पत्थर दे के पंडित ने तोड़ दिता सी भी तेरा जटा इत्थे की काम है, जा जाके डंगर चार खेती कर, ये ब्राह्मणां नूं विद्या दिना, मैं उपदेश दिना। वो गलों लाया सी अपने वल्लों ने ठाकुर दे के, पर अकाल पुरख प्रगट किया बाबे धन्ने ने। बाबा नामदेव, दुनिया कहती भाई तू शींबा है, तू शूदर है,
ਤੂੰ ਮੰਦਰ 'ਚ ਕੀ ਲੈਣ ਆਇਆ? ਧੱਕੇ ਮਾਰ ਕੇ ਮੰਦਰ 'ਚੋਂ ਕੱਢ ਦਿੱਤਾ ਗਿਆ। ਤੁਸੀਂ ਰੋਜ਼ ਬਾਣੀ ਵਿੱਚ ਪੜ੍ਹਦੇ ਹੋ ਨਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹੁਰਾ ਫਿਰੈ। ਪਰਮਾਤਮਾ ਨੇ ਵੇਖਿਆ ਭਗਤ ਮੇਰਾ ਮੰਦਰ 'ਚੋਂ ਕੱਢ ਦਿੱਤਾ, ਉਹਨੇ ਮੰਦਰ ਦਾ ਮੁੱਖ ਹੀ ਭਗਤ ਵੱਲ ਘੁਮਾ ਦਿੱਤਾ, ਪੰਡਤਾਂ ਵੱਲ ਪਿੱਠ ਕਰ ਦਿੱਤੀ ਸੀ ਮੰਦਰ ਦੀ। ਪਰਮਾਤਮਾ ਜੋ ਚਾਹੇ ਕਰ ਸਕਦਾ ਹੈ, ਉਹਦੇ ਹੱਥ ਵਿੱਚ ਹੈ ਸਾਰੀ ਖੇਡ। ਹੁਣ ਸਮਝਿਓ, ਇਹ ਕੋਈ ਸ਼ੂਦਰ ਹੈ, ਵਰਣ ਵੰਡ ਅਨੁਸਾਰ ਕੋਈ ਵੈਸ਼ ਹੈ, ਇਹਨਾਂ ਨੂੰ ਵਿਦਿਆ ਕਿੱਥੋਂ ਪ੍ਰਗਟ ਹੋ ਗਈ ਜਿਹੜੇ ਪੜ੍ਹੇ ਹੀ ਨਹੀਂ ਕਦੀ? ਬਸ ਧਿਆਨ ਅਕਾਲ ਪੁਰਖ ਦੇ ਦਰ ਵੱਲ ਲਾਇਆ, ਉਪਦੇਸ਼ ਗੁਰਾਂ ਤੋਂ ਕੇਵਲ ਇੰਨਾ ਹੀ ਮਿਲਿਆ, ਰਾਮ ਕੇ ਰਾਮ ਕਹੋ, ਬਹਿ ਗਿਆ ਕਬੀਰ ਚੌਂਕੜਾ ਲਾ ਕੇ। ਐਸੇ ਨਾਯਾਬ ਇਲਮ ਅੰਦਰੋਂ ਪ੍ਰਗਟ ਹੋਏ। ਕਬੀਰ ਜੀ ਦੀ ਬਾਣੀ ਏਡੀ ਮਹਿੰਗੀ ਹੈ, ਬੰਦਾ ਹੈਰਾਨ ਰਹਿ ਜਾਂਦਾ ਹੈ। ਜਿੰਨੀ ਮਰਜ਼ੀ ਦੁਨਿਆਵੀ ਵਿਦਿਆ ਹੋਵੇ, ਰੱਬੀ ਝਰਨੇ ਥੋੜ੍ਹਾ ਫੁੱਟਦੇ ਨੇ। ਕਿੰਨੇ ਦੁਨੀਆ 'ਤੇ ਪ੍ਰੋਫੈਸਰ ਨੇ, ਕਿੰਨੇ ਵਿਦਵਾਨ ਜਨ ਨੇ, ਕਿਸੇ ਨੂੰ ਬਾਣੀ ਪ੍ਰਗਟ ਹੋਈ ਹੈ? ਨਹੀਂ। ਹੁਣ ਭੱਟਾਂ ਦੀ ਜਿਹੜੀ ਬਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਇਹ ਤੇ ਬ੍ਰਾਹਮਣ ਨੇ, ਮਹਾਤਮਾ ਨੇ, ਮਹਾਂਪੁਰਸ਼ ਨੇ, ਗੁਰੂ ਨਾਨਕ ਦੇ ਘਰ ਆਏ, ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੇ ਸਿੱਖ ਹੋ ਗਏ, ਚਰਨਾ ਅੰਮ੍ਰਿਤ ਲੈ ਕੇ, ਪੈਰ ਧੋਏ ਚਰਨਾ ਅੰਮ੍ਰਿਤ ਪਾਵੈ। ਇਹਨਾਂ ਨੂੰ ਇਲਮ ਪ੍ਰਗਟ ਹੋਣਾ ਹੋਰ ਬਾਤ ਹੈ, ਵਿਦਵਾਨ ਸਨ। ਪਰ ਭਗਤਾਂ ਨੂੰ ਇਹ ਨਾਯਾਬ ਇਲਮ ਪ੍ਰਗਟ ਹੋਇਆ ਬਿਨਾਂ ਦੁਨਿਆਵੀ ਵਿਦਿਆ ਤੋਂ, ਇਹ ਬੜੀ ਵੱਡੀ ਕਰਾਮਾਤ ਹੈ। ਰੂਮੀ ਜੀ ਇਹ ਸਮਝਾਉਂਦੇ ਨੇ, ਪਰਮਾਤਮਾ ਤਰੁੱਠ ਕੇ ਕਈਆਂ ਨੂੰ ਆਪਣੇ ਗੀਤ ਬਖਸ਼ ਦਿੰਦਾ ਹੈ। ਸੋ ਗੁਰੂ ਅਰਜਨ ਸਾਹਿਬ ਉਹ ਸਾਰੀ ਰੱਬੀ ਬਾਣੀ ਨੂੰ ਇੱਕ ਗ੍ਰੰਥ ਵਿੱਚ ਇਕੱਤਰ ਕਰਦੇ ਨੇ। ਇਹ ਪ੍ਰਬੰਧ ਉਹਨਾਂ ਨੇ ਕੀਤਾ ਹੈ ਦੁਨੀਆ ਨੂੰ ਗਿਆਨ ਬਖਸ਼ਣ ਲਈ, ਔਰ ਸਭ ਤੋਂ ਵੱਧ ਕੇ ਬਾਣੀ ਵੀ ਉਹਨਾਂ ਪ੍ਰਗਟ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਦਰਜ ਹੈ, ਭਾਈ ਗੁਰਦਾਸ ਜੀ ਤੋਂ ਜੋ ਰਾਮਸਰ ਦੇ ਕੰਢੇ ਅੰਮ੍ਰਿਤਸਰ ਸਾਹਿਬ 1660 ਬਿਕਰਮੀ ਸੰਮਤ ਵਿੱਚ ਲਿਖਾਉਣੀ ਸ਼ੁਰੂ ਕੀਤੀ, 1661 ਬਿਕਰਮੀ ਸੰਮਤ ਵਿੱਚ ਇਹ ਗ੍ਰੰਥ ਸੰਪੂਰਨ ਹੋਇਆ। ਨਾਮ ਕੀ ਰੱਖਿਆ ਗਿਆ? ਸ਼੍ਰੀ ਆਦ ਗ੍ਰੰਥ ਸਾਹਿਬ। ਆਦ ਪਰਮਾਤਮਾ ਜਿਸ ਦੇ ਬੋਲ ਭਗਤਾਂ ਸੰਤਾਂ ਰਾਹੀਂ ਪ੍ਰਗਟ ਹੋਏ, ਤਾਂ ਆਦ ਗ੍ਰੰਥ ਕਿਹਾ ਹੈ। ਔਰ ਪਤਾ ਗੁਰੂ ਅਰਜਨ ਸਾਹਿਬ ਨੇ ਕੀ ਕਿਹਾ? ਸਿੱਖਾਂ ਪੁੱਛਿਆ, ਜੀ ਇਹ ਬਾਣੀ ਤੁਹਾਡੀ ਹੈ? ਵੇਖੋ ਨਿਰਮਾਣਤਾ। ਕਹਿੰਦੇ ਨਹੀਂ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਪਰਮਾਤਮਾ ਦੇ ਬੋਲ ਨੇ, ਮੈਂ ਉਹਦੇ ਹੁਕਮ ਵਿੱਚ ਪ੍ਰਗਟ ਕੀਤੇ ਨੇ ਮਨੁੱਖਾ ਜਾਮਾ ਧਾਰ ਕੇ। ਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੋਂ ਗਿਆਨ ਦਾ ਰਾਜ ਪ੍ਰਗਟ ਹੋਇਆ, ਜਨਕ ਰਾਜ ਪ੍ਰਗਟ ਹੋਇਆ। ਲੋਕਾਂ ਦਾ ਅਗਿਆਨ ਇਸ ਬਾਣੀ ਨੇ ਮਿਟਾ ਦਿੱਤਾ। ਲੋਕਾਈ ਨੂੰ ਪ੍ਰਭੂ ਦਾ ਰਸਤਾ ਦਰਸਾ ਦਿੱਤਾ। ਅਗਿਆਨ ਦਾ ਅੰਧਕਾਰ ਖਤਮ ਕਰਕੇ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਸਭ ਨੂੰ ਦਿਖਾਇਆ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਕਹਿੰਦੇ ਨੇ, ਐ ਗੁਰੂ ਅਰਜਨ ਸਾਹਿਬ, ਤੁਹਾਡੀ ਅਜ਼ਮਤ, ਤੁਹਾਡੀ ਬਰਕਤ ਹੈ। ਤੁਸੀਂ ਰੱਬੀ ਬਾਣੀ ਦਾ ਪ੍ਰਬੰਧ ਚਲਾਉਣ ਵਾਲੇ ਹੋ, ਪ੍ਰਬੰਧ ਕਰਨ ਵਾਲੇ ਹੋ। ਬੜਾ ਲੰਬੇਰਾ ਇਤਿਹਾਸ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ, ਔਰ ਇਹ ਬਾਣੀ ਪ੍ਰਗਟ ਕਰਨ ਵਾਲੇ ਲਈ ਭੱਟਾਂ ਨੇ, ਗੁਰੂ ਗ੍ਰੰਥ ਸਾਹਿਬ ਨੇ ਇਹ ਮੋਹਰ ਲਾਈ ਹੈ, ਅਸੰਭਵ ਉਦਵਿਓ ਪੁਰਖ ਪੂਰਨ ਵਿਧਾਤੋ। ਅਕਾਲ ਪੁਰਖ ਨੂੰ ਲੋਕ ਕਹਿੰਦੇ ਨੇ ਅਜਨਮਾ ਹੈ, ਨਿਰਗੁਣ ਤੌਰ ਤੇ ਪ੍ਰਗਟ ਹੈ, ਸਾਰਿਆਂ 'ਚ ਉਹਦੀ ਜੋਤ ਹੈ, ਘਟ ਘਟ ਮੈਂ ਹਰਜੂ ਬਸੈ। ਅਖੇ ਜੀ ਇੱਕ ਆਕਾਰ ਨਹੀਂ ਧਾਰਦਾ। ਗੁਰੂ ਗ੍ਰੰਥ ਸਾਹਿਬ ਭੱਟ ਸਾਹਿਬ ਬਾਣੀ ਕਹਿੰਦੀ ਹੈ, ਅਸੰਭਵ ਹੈ ਜਿਸ ਦਾ ਆਕਾਰ ਧਾਰਨਾ, ਉਹ ਵਿਧਾਤਾ ਗੁਰੂ ਅਰਜਨ ਸਾਹਿਬ ਬਣ ਕੇ ਦੁਨੀਆ ਤੇ ਪ੍ਰਗਟ ਹੋਇਆ। ਦਾ ਸੈਲਫ ਐਗਜ਼ਿਸਟੈਂਟ ਪ੍ਰਾਈਮਲ ਲਾਰਡ, ਹੀ ਕ੍ਰੀਏਟਡ ਹਿਮਸੈਲਫ ਐਜ਼ ਗੁਰੂ ਅਰਜਨ। ਦੁਨੀਆ ਦੇ ਉੱਤੇ ਗੁਰੂ ਅਰਜਨ ਬਣਿਆ ਹੈ, ਔਰ ਆਪਣੇ ਬੋਲ ਸਰਗੁਣ ਸਰੂਪ ਰਾਹੀਂ ਉਹਨੇ ਪ੍ਰਗਟ ਕੀਤੇ ਸਾਡੇ ਭਲੇ ਦੇ ਲਈ। ਭੱਟਾਂ ਤੇ ਜਗ੍ਹਾ ਜਗ੍ਹਾ ਕਿਹਾ ਹੈ, ਧਰਨ ਗਗਨ ਨਵਖੰਡ ਮਹਿ
ਜੋਤ ਸਵਾਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ, ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ, ਗੁਰੂ ਅਰਜਨ ਸਾਹਿਬ ਪਰਮਾਤਮਾ ਦਾ ਸਰੂਪ ਨੇ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਪ੍ਰਬੰਧ ਕੀਤਾ ਲੋਕਾਈ ਦੇ ਤਾਰਨੇ ਲਈ, ਲੋਕਾਈ ਨੂੰ ਮੁਕਤੀ ਪ੍ਰਦਾਨ ਕਰਨ ਦੇ ਲਈ। ਤੇ ਪੁੱਛੋ ਜੀ ਉਹਨਾਂ ਕਿਸੇ ਸਕੂਲ ਵਿਦਿਆਲੇ ਜਾ ਕੇ ਬਾਣੀ ਸਿੱਖੀ ਹੈ? ਭੱਟ ਕਹਿੰਦੇ ਨਹੀਂ, ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਤੁਸੀਂ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਬ੍ਰਹਮ ਦਾ ਰੂਪ ਹੋ, ਬ੍ਰਹਮ ਦੀ ਪਹਿਚਾਣ ਵਾਲੇ ਹੋ। ਪ੍ਰਗਟ ਸਮੇਂ ਤੋਂ ਹੀ ਤੁਹਾਨੂੰ ਗਿਆਨ ਸੀ, ਕੱਲ ਜੋੜ ਕਰ ਸੁਜਸ ਵਖਾਣਿਓ। ਇਹ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ, ਗਿਆਨ ਦਾ ਪ੍ਰਬੰਧ ਤੁਸੀਂ ਲੋਕਾਈ ਤੇ ਕੀਤਾ। ਲੋਕਾਈ ਨੂੰ ਤਾਰਨੇ ਦੇ ਲਈ ਮਹਾਨ ਬਾਣੀ ਪ੍ਰਗਟ ਕੀਤੀ। ਜਿਹੜਾ ਵੀ ਉਸ ਬਾਣੀ ਨੂੰ ਸੁਣਦਾ ਹੈ, ਪੜ੍ਹਦਾ ਹੈ, ਜ਼ਿਹਨ ਵਿੱਚ ਟਿਕਾਉਂਦਾ ਹੈ, ਉਹ ਰੋਗਾਂ ਤੋਂ ਸੋਗਾਂ ਤੋਂ ਮੁਕਤੀ ਪਾ ਲੈਂਦਾ ਹੈ। ਚਹੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ, ਤੇਰੀ ਬਾਣੀ ਚੌਹਾਂ ਜੁਗਾਂ ਵਿੱਚ ਸੱਚੀ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ, ਐ ਗੁਰੂ ਗੋਪਾਲ ਤੂੰ ਪ੍ਰਗਟ ਹੋ ਕੇ ਬਾਣੀ ਉਹ ਮਨੁੱਖਤਾ ਨੂੰ ਬਖਸ਼ੀ ਹੈ, ਲੋਕਾਈ ਦੇ ਭਲੇ ਹਿੱਤ, ਲੋਕਾਈ ਨੂੰ ਤਾਰਨੇ ਲਈ। ਔਰ ਇੱਥੇ ਜਿਹੜਾ ਵੀ ਇਸ ਬਾਣੀ ਨਾਲ ਜੁੜੇਗਾ, ਚਾਰ ਵਰਣ, ਚਾਰ ਆਸ਼ਰਮ ਹੈ, ਕੋਈ ਮਿਲੈ ਗੁਰੂ ਗੁਰ ਨਾਨਕ, ਸੋ ਆਪ ਤਰੈ ਕੁਲ ਸਗਲ ਤਰਾਧੋ। ਚਾਹੇ ਤੂੰ ਭਾਈ ਕਿਸੇ ਧਰਮ ਚੋਂ ਹੈ, ਕਿਸੇ ਵਰਨ ਚੋਂ ਹੈ, ਤੂੰ ਬ੍ਰਾਹਮਣ ਹੈ, ਛਤਰੀ ਹੈ, ਸ਼ੂਦ ਹੈ, ਵੈਸ਼ ਹੈ, ਕਿੱਥੋਂ ਬਿਲੋਂਗ ਕਰਦਾ ਹੈ, ਕੋਈ ਮਤਲਬ ਨਹੀਂ। ਅਕਾਲ ਪੁਰਖ ਦੀ ਬਾਣੀ, ਅਕਾਲ ਪੁਰਖ ਦੇ ਗੀਤ ਗਾ, ਆਵਾਜ਼ ਦੇ। ਜਿਹੜਾ ਆਵਾਜ਼ ਦਵੇ, ਕਿਸੇ ਦੇ ਘਰ ਅੱਗੇ ਆਵਾਜ਼ ਦਿਓ, ਕੋਈ ਵੀ ਆਵਾਜ਼ ਦਵੇ, ਆਪਾਂ ਦਰਵਾਜ਼ਾ ਖੋਲ੍ਹ ਦਿੰਦੇ। ਰੱਬ ਦੇ ਜਿਹੜਾ ਗੀਤ ਗਾਵੇਗਾ ਉਹ ਦਰਵਾਜ਼ਾ ਖੋਲ੍ਹ ਕੇ ਮਿਲੇਗਾ, ਉਹ ਪ੍ਰਗਟ ਹੋ ਕੇ ਮਿਲੇਗਾ। ਸੋ ਐਸੀ ਇਹ ਬਾਣੀ ਦੀ ਮਹਿਮਾ ਹੈ ਜੋ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਤੋਂ ਪ੍ਰਗਟ ਹੋਈ ਹੈ। ਇਸ ਬਾਣੀ ਨੂੰ ਪੜ੍ਹੋ, ਗਾਓ, ਜਪੋ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਅਕਾਲ ਪੁਰਖ ਦੀ ਇਹ ਬਾਣੀ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਅਕਾਲ ਪੁਰਖ ਨੇ ਆਪ ਪ੍ਰਗਟ ਕੀਤੀ ਹੈ। ਔਰ ਜਿਹੜਾ ਇਸ ਬਾਣੀ ਨੂੰ ਸਤ ਕਰਕੇ ਪੜ੍ਹੇ ਸੁਣੇ ਜਪੇਗਾ, ਗੁਰ ਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ। ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ। ਉਸ ਗੁਰਮੁਖ ਦਾ ਮੂੰਹ ਉਜਲ, ਉਹ ਦੁਨੀਆ ਚੋਂ ਮੁਕਤ ਹੋ ਜਾਵੇਗਾ, ਨਜ਼ਾਤ ਹਾਸਲ ਕਰੇਗਾ। ਸੋ ਐਸੀ ਮੇਰੇ ਬਾਪੂ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਐਸੀ ਜਿਹੜੀ ਬਾਣੀ ਗੁਰੂ ਅਰਜਨ ਸਾਹਿਬ ਨੇ ਪ੍ਰਗਟ ਕੀਤੀ, ਕਲਯੁਗ ਦੇ ਅੰਧਕਾਰ ਵਿੱਚ ਬਾਣੀ ਦਾ ਐਸਾ ਦੀਵਾ ਬਾਲਿਆ। ਆਲੀਣਾ ਤੋਂ ਭਾਵ ਹੈ ਕਲਯੁਗ ਸਤਯੁਗ ਵਿੱਚ ਅਭੇਦ ਹੋ ਗਿਆ, ਸਤਯੁਗ ਦੁਨੀਆ ਤੇ ਪ੍ਰਗਟ ਹੋ ਗਿਆ, ਸੱਚ ਦੀ ਆਵਾਜ਼ ਬੁਲੰਦ ਹੋ ਗਈ। ਅੱਗੇ ਉਹ ਮਹਾਂਪੁਰਸ਼ ਭੱਟ ਸਾਹਿਬ ਕਹਿੰਦੇ ਨੇ, ਗੁਰ ਸ਼ਬਦੇ ਮਨ ਮਾਨਿਆ, ਅਪਤੀਜ ਪਤੀਣਾ। ਜਿਹੜਾ ਮਨ ਹੈ ਨਾ, ਅਪਤੀਜ ਹੈ। ਅਪਤੀਜ ਕੀ ਹੁੰਦਾ ਹੈ? ਜਿਹੜਾ ਸਿਦਕ 'ਚ ਨਾ ਆਵੇ, ਜਿਹਨੂੰ ਸ਼ਾਂਤੀ ਨਾ ਮਿਲੇ, ਜਿਹੜਾ ਟਿਕੇ ਹੀ ਨਾ। ਆਪਾਂ ਰੋਜ਼ ਕਹਿ ਦਿੰਦੇ ਨਾ, ਮਨ ਨਹੀਂ ਟਿਕਦਾ, ਦੌੜਿਆ ਫਿਰਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਸਿੱਖੋ, ਜਿਹੜਾ ਗੁਰੂ ਅਰਜਨ ਸਾਹਿਬ ਤੋਂ ਉਪਦੇਸ਼ ਲੈ ਲੈਂਦਾ ਹੈ ਨਾ, ਉਹਨਾਂ ਦਾ ਅਪਤੀਜ ਜਿਹੜਾ ਮਨ ਹੈ, ਕਾਬੂ ਨਾ ਆਉਣ ਵਾਲਾ ਜਿਹੜਾ ਮਨ ਹੈ, ਜਿਹੜਾ ਹਾਥੀ ਵਾਂਗੂ ਮਦ ਵਿੱਚ ਮਸਤ ਰਹਿੰਦਾ ਹੈ, ਉਹ ਪਤੀਣਾ, ਉਹ ਪਤੀਜ ਜਾਂਦਾ ਹੈ, ਬਾਰੀਕ ਹੋ ਜਾਂਦਾ ਹੈ, ਅਹੰਕਾਰ ਵੱਲੋਂ ਦੁਬਲਾ ਹੋ ਜਾਂਦਾ ਹੈ, ਉਹ ਟਿਕ ਜਾਂਦਾ ਹੈ। ਇਉਂ ਸਮਝੋ ਹਾਥੀ ਲਈ ਜਿਵੇਂ ਕੁੰਡਾ ਹੈ ਨਾ ਟਿਕਾਉਣ ਲਈ, ਬਾਣੀ ਉਹ ਕੁੰਡੇ ਦਾ ਕਰਮ ਕਰਦੀ ਹੈ ਮਨ ਨੂੰ ਟਿਕਾਉਣ ਲਈ। ਕਈ ਕਹਿਣਗੇ ਜੀ ਮਨ ਨਹੀਂ ਟਿਕਦਾ, ਬਾਣੀ ਪੜ੍ਹਨ ਦਾ ਤਾਂ ਕੋਈ ਫਾਇਦਾ ਨਹੀਂ। ਫਿਰ ਜਿੱਦਣ ਮਨ ਟਿਕ ਗਿਆ ਉਦੋਂ ਤੇ ਬਾਬਾ ਬੁੱਢਾ ਜੀ ਨਾ, ਉਹ ਨਿਬੜੇਗਾ ਤੂੰ, ਉਦੋਂ ਤੇ ਬ੍ਰਹਮਵੇਤਾ ਬਣ ਗਿਆ, ਬ੍ਰਹਮ ਵਿੱਚ ਭੇਦ ਹੋ ਜਾਵੇਗਾ।
ਬਾਣੀ ਪੜ੍ਹਨੀ ਤਾਂ ਹੈ ਵੀ ਮਨ ਟਿਕ ਜਾਵੇ, ਨਹੀਂ ਟਿਕਦਾ, ਇਸੇ ਲਈ ਬਾਣੀ ਪੜ੍ਹਦੇ ਆ। ਹਾਥੀ ਨੂੰ ਕਾਬੂ ਕਰਨ ਲਈ ਕੁੰਡਾ ਚਾਹੀਦਾ ਹੈ, ਬਾਣੀ ਚਾਹੀਦੀ ਹੈ ਮਨ ਨੂੰ ਕਾਬੂ ਕਰਨ ਦੇ ਲਈ। ਸੋ ਕਹਿੰਦੇ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਲੈ ਕੇ ਅਪਤੀਜ ਮਨ ਪਤੀਣਾ, ਪਤਿਆਇਆ ਕਹਿਣੇ ਵਿੱਚ ਆ ਗਿਆ, ਕਾਬੂ ਵਿੱਚ ਆ ਗਿਆ। ਹੁਣ ਇੱਧਰ ਉੱਧਰ ਨਹੀਂ ਭੱਜਾ ਫਿਰਦਾ, ਭੜਕਣਾ ਮੁੱਕ ਗਈ ਹੈ। 84 ਲੱਖ ਜੂਨਾਂ ਦੀ ਵੀ ਭੜਕਣਾ ਮੁੱਕੀ, ਮਨ ਦੀ ਭੜਕਣਾ ਮੁੱਕਣ ਦੇ ਨਾਲ। ਅੱਗੇ ਕਹਿੰਦੇ ਨੇ ਗੁਰੂ ਨਾਨਕ ਸੱਚ ਨੀਵ ਸਾਜ, ਸਤਿਗੁਰ ਸੰਗ ਲੀਣਾ। ਇਹ ਸੱਚ ਨੂੰ ਬੁਲੰਦ ਕਰਨ ਲਈ ਅਕਾਲ ਪੁਰਖ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਸਾਹਿਬ ਬਣ ਕੇ ਪ੍ਰਗਟ ਹੋਏ। ਸੱਚ ਦੀ ਨੀਵ ਰੱਖੀ ਹੈ ਜਿਨ੍ਹਾਂ ਨੇ। ਸੱਚ ਦੀ ਨੀਵ ਕੀ ਹੈ? ਭਗਤੀ ਦੀ ਨੀਵ, ਭਾਵ ਭਗਤੀ ਦਾ ਰਸਤਾ ਪ੍ਰਗਟ ਕੀਤਾ। ਵਾਹਿਗੁਰੂ ਦੀ ਪ੍ਰਾਪਤੀ ਦਾ ਮੰਜ਼ਿਲ ਉਸਾਰਨੇ ਦਾ ਰਸਤਾ ਕੀ ਹੈ? ਪਹਿਲਾਂ ਨੀਵ ਰੱਖੋ। ਰੱਬ ਦੀ ਪ੍ਰਾਪਤੀ ਦਾ ਰਸਤਾ ਕੀ ਹੈ? ਭਗਤੀ ਕਰਨੀ। ਇਹ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ। ਜਿਹੜਾ ਵੀ ਭਗਤੀ ਕਰਦਾ ਹੈ ਉਹ ਅਕਾਲ ਪੁਰਖ ਵਿੱਚ ਅਭੇਦ ਹੁੰਦਾ ਏ। ਫਿਰ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਦੇ ਦਰ ਤੇ ਆ ਕੇ ਕਦਮ ਬੋਸੀ ਕੀਤੀ ਬਾਬੇ ਲਹਿਣੇ ਨੇ। ਸਤਿਗੁਰ ਸੰਗ ਲੀਣਾ, ਉਹ ਗੁਰੂ ਨਾਨਕ ਵਿੱਚ ਇਕਮਿਕ ਹੋ ਗਏ। ਬਾਬੇ ਲਹਿਣੇ ਦੇ ਦਰ ਤੇ ਗੁਰੂ ਅਮਰਦਾਸ ਜੀ ਆਏ, ਉਹਨਾਂ ਨੇ ਉਪਾਸ਼ਨਾ ਕੀਤੀ ਗੁਰੂ ਅੰਗਦ ਸਾਹਿਬ ਦੇ ਦਰ ਤੇ, ਉਹ ਗੁਰੂ ਅੰਗਦ ਦਾ ਰੂਪ ਹੋ ਗਏ। ਇੱਦਾਂ ਹੀ ਹੈ ਨਾ, ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਗੁਰੂ ਨਾਨਕ ਤੋਂ ਗੁਰੂ ਅੰਗਦ ਤੋਂ ਗੁਰੂ ਅਮਰਦਾਸ ਹੋ ਨਿਬੜੇ ਨੇ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਾਬਾ ਲਹਿਣਾ ਜੀ ਬੁਲੰਦ ਹਸਤੀ ਬਣੇ। ਇੱਦਾਂ ਹੀ ਬਾਬੇ ਲਹਿਣੇ ਤੋਂ ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਹ ਮਹਾਨ ਮਰਾਤਬੇ ਨੂੰ ਹਾਸਲ ਕਰ ਗਏ, ਗੁਰਤਾ ਦੇ ਮਾਲਕ ਬਣੇ, ਗੁਰੂ ਰਾਮਦਾਸ ਨਾਲ ਇਕਮਿਕ ਹੋ ਗਏ। ਅੱਗੇ ਆਖਣ ਲੱਗੇ ਗੁਰ ਅਰਜਨ ਘਰ ਗੁਰੂ ਰਾਮਦਾਸ ਅਪਰੰਪਰ ਬੀਣਾ। ਬੀਣਾ ਦਾ ਮਤਲਬ ਹੈ ਦੇਖਣ ਵਾਲਾ। ਕਹਿੰਦੇ ਅਸਲ ਵਿੱਚ ਸਾਰੀ ਲੋਕਾਈ ਨੇ ਉਸ ਸਮੇਂ ਇਹ ਜਾਣਿਆ ਵੀ ਗੁਰੂ ਰਾਮਦਾਸ ਅਕਾਲ ਪੁਰਖ ਦਾ ਸਰੂਪ ਨੇ। ਤੁਸੀਂ ਰੋਜ਼ ਪੜ੍ਹਦੇ ਹੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸਿਰਿਆ ਦਾ ਭਾਵ ਸਿਰਜਣਾ ਕਰਨੀ। ਕੌਣ ਸਿਰਜਣਾ ਕਰਦਾ ਹੈ? ਅਕਾਲ ਪੁਰਖ। ਆਪਣੇ ਅਗੰਮੀ ਅਜ਼ਮਤ ਨੂੰ ਲੈ ਕੇ ਦੁਨੀਆ ਤੇ ਟਿਕਣ ਲਈ ਉਹਨੇ ਸਵਾਰਿਆ ਇੱਕ ਸਰੀਰ ਜਿਹਦਾ ਨਾਮ ਰਾਮਦਾਸ ਹੈ। ਫਿਰ ਕੀ ਕੀਤਾ ਜੀ? ਆਪ ਸਿਰਜਣਹਾਰ ਹੈ, ਧਾਰਿਆ, ਉਸ ਸਰੀਰ ਨੂੰ ਧਾਰ ਲਿਆ। ਦੁਨੀਆ ਨੇ ਜਾਣਿਆ ਗੁਰੂ ਰਾਮਦਾਸ ਅਕਾਲ ਪੁਰਖ ਦਾ ਸਰੂਪ ਨੇ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਹੁਣ ਉਹਦੇ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਉਸ ਘਰ ਵਿੱਚ ਪੈਦਾ ਹੋਏ, ਅਪਰੰਪਰ ਬੀਣਾ, ਦੁਨੀਆ ਅੰਦਰ ਜੋ ਨਹੀਂ ਸਮਾਉਂਦਾ, ਜਿਸ ਦਾ ਪਾਰਾਵਾਰ ਹੀ ਕੋਈ ਨਹੀਂ ਹੈ, ਜੋ ਅਪਰੰਪਰ ਹੈ, ਜਿਹੜਾ ਪੁੰਨਾ ਪਾਪਾਂ ਤੋਂ ਪਰੇ ਹੈ, ਸਿਲਸਿਲੇ ਤੋਂ ਰਹਿਤ ਹੈ, ਵੰਸ਼ ਤੋਂ ਰਹਿਤ ਹੈ, ਜਿਹਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਉਹ ਆਦ ਪੁਰਖ, ਉਹ ਬੇਹੱਦ ਵੱਡੀਆਂ ਅਜ਼ਮਤਾਂ ਦਾ ਮਾਲਕ ਪਰਮ ਈਸ਼ਵਰ ਲੋਕਾਈ ਨੇ ਜਾਣਿਆ ਗੁਰੂ ਅਰਜਨ ਹੈ। ਬੀਣਾ ਤੋਂ ਭਾਵ ਗੁਰੂ ਅਰਜਨ ਨੂੰ ਉਹਨਾਂ ਦੇਖਿਆ ਵੀ ਅਕਾਲ ਪੁਰਖ ਦਾ ਸਰੂਪ ਨੇ, ਜਿਨ੍ਹਾਂ ਨੇ ਅਕਾਲ ਪੁਰਖ ਦੀ ਅਗੰਮੀ ਅਜ਼ਮਤ ਦੁਨੀਆ ਤੇ ਪ੍ਰਗਟ ਕੀਤੀ, ਚਾਹੇ ਗਿਆਨ ਹੈ ਚਾਹੇ ਕਰਾਮਾਤ ਹੈ। ਸੋ ਗੁਰੂ ਰਾਮਦਾਸ ਦਾ ਹੀ ਰੂਪ ਗੁਰੂ ਅਰਜਨ ਸਾਹਿਬ ਨੂੰ ਭੱਟ ਸਾਹਿਬ ਕਹਿੰਦੇ, ਲੋਕਾਈ ਨੇ ਸਮਝਣਾ ਕੀਤਾ ਹੈ। ਗੁਰੂ ਅਰਜਨ ਇਸ ਦਾ ਐਂਬੋਡੀਮੈਂਟ ਆਫ ਲਾਈਟ। ਐਸੇ ਗੁਰੂ ਅਰਜਨ ਸਾਹਿਬ ਦੀ ਅਗੰਮੀ ਮਹਿਮਾ ਭੱਟ ਸਾਹਿਬ ਜੀ ਇਸ ਪਾਵਨ ਫੁਰਮਾਨ ਵਿੱਚ ਕਰਦੇ ਨੇ। ਗੁਰੂ ਅਰਜਨ ਸਾਹਿਬ ਦੇ ਗੀਤ ਗਾਉਣ ਵਾਲਾ ਮੁਕਤ ਹੈ, ਰੋਗ ਸੋਗ ਉਹਦੇ ਮਿਟ ਜਾਂਦੇ ਨੇ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੋਇਆ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।